सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरों का प्राइम टाइम लैके। प्राइम टाइम च अज गल पंजाब दी सियासत दी, या कहिए कि पंजाब दे विच कांग्रेस दी सरकार है उसदी। जी हाँ, सरकार दी गल इस करके करनी लाजमी है क्योंकि एक पासे मुख्यमंत्री कैप्टन अमरिंदर सिंह ने ते दूजे पासे ने नवजोत सिंह सिद्धू ते हाई कमान ने सिद्धू नूं प्रधानगी दा अहुदा दे के किते ना किते सीज फायर दी कोशिश तां कीती सी कि दोवें आगूआं दे विचाले हो जावे, पर एक पासे सीज फायर इस समय लग रहा है कि मुख्यमंत्री कैप्टन अमरिंदर सिंह के बयान ज्यादा तलख नहीं और सिद्धू नूं लैके कोई फिलहाल ज्यादा बयान नहीं दे रहे, पर नवजोत सिंह सिद्धू अपनी सरकार नूं लगातार सवालों के कटहरे दे विच खड़ा कर रहे हैं। तां अज चर्चा इस दे उत्ते ही, क्योंकि नवजोत सिंह सिद्धू जदों संबोधन कर रहे हैं ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਤਾਂ ਉਹਨਾਂ ਦੇ ਵੱਲੋਂ ਕਈ ਵਾਅਦਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਕਈ ਦਾਅਵੇ ਕੀਤੇ ਜਾ ਰਹੇ ਨੇ। ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਦਾਅਵਾ ਕਰ ਦਿੱਤਾ ਕਿ ਆਉਣ ਵਾਲੇ ਵਿਧਾਨ ਸਭਾ ਇਜਲਾਸ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਲਦ ਜਿਸ ਦੀ ਅਨਾਉਂਸਮੈਂਟ ਹੋ ਸਕਦੀ ਹੈ ਕਿ ਕਦੋਂ ਇਜਲਾਸ ਆਏਗਾ, ਤਾਂ ਉਸ ਇਜਲਾਸ ਦੇ ਵਿੱਚ ਜਿਹੜਾ ਪੀਪੀਏ ਯਾਨੀ ਕਿ ਪਾਵਰ ਪਰਚੇਜ਼ ਐਗਰੀਮੈਂਟ ਹੈ ਰੱਦ ਕਰ ਦੇਵਾਂਗੇ। ਖੇਤੀ ਕਾਨੂੰਨਾਂ ਦੇ ਉੱਤੇ ਉਹਨਾਂ ਨੂੰ ਰੱਦ ਕਰ ਦੇਵਾਂਗੇ ਵਿਧਾਨ ਸਭਾ ਦੇ ਵਿੱਚ, ਤੇ ਇਸ ਦੇ ਨਾਲ ਨਾਲ ਜਿਹੜੀ ਐਸਟੀਐਫ ਦੀ ਰਿਪੋਰਟ ਆ ਉਹ ਵੀ ਜਨਤਕ ਕਰਨ ਵਾਸਤੇ ਮਤਾ ਪਾਉਣਗੇ। ਮਤਿਆਂ ਦਾ ਜ਼ਿਕਰ ਹੋ ਰਿਹਾ, ਮਤਿਆਂ ਦੇ ਉੱਤੇ ਵੀ ਅੱਜ ਗੱਲਬਾਤ ਕਰਾਂਗੇ, ਪਰ ਸਵਾਲ ਇਹ ਹੈ ਕਿ ਸਰਕਾਰ ਕਿਸ ਦੀ ਹੈ? ਕਾਂਗਰਸ ਦੀ। ਨਵਜੋਤ ਸਿੰਘ ਸਿੱਧੂ ਕੌਣ ਨੇ, ਕਿਹੜੀ ਪਾਰਟੀ ਦੇ ਵਿੱਚ ਨੇ? ਕਾਂਗਰਸ ਦੇ ਵਿੱਚ। ਵਿਧਾਇਕ ਕਿਹੜੀ ਪਾਰਟੀ ਤੋਂ ਨੇ? ਕਾਂਗਰਸ ਤੋਂ। ਤਾਂ ਲੋਕ ਸਵਾਲ ਪੁੱਛ ਰਹੇ ਨੇ ਕਿ ਤੁਹਾਡੀ ਸਰਕਾਰ ਹੈ, ਤੁਸੀਂ ਵਿਧਾਇਕ ਹੋ, ਤੁਹਾਡੀ ਸਰਕਾਰ ਜਾਂ ਤੁਹਾਡੀ ਪਾਰਟੀ ਦੇ ਹੀ ਜਿਹੜੇ ਨੁਮਾਇੰਦੇ ਹੋ ਮੁੱਖ ਮੰਤਰੀ ਨੇ, ਫਿਰ ਤੁਸੀਂ ਵਾਅਦੇ ਕਿਉਂ ਕਰ ਰਹੇ ਹੋ ਕਿ ਤੁਸੀਂ ਤਾਂ ਵਾਅਦੇ ਪੂਰੇ ਕਰਨ ਵਾਲੇ ਪਾਸੇ ਜਾਓ, ਜੋ ਵਿਰੋਧੀ ਸਵਾਲ ਚੁੱਕ ਰਹੇ ਨੇ। ਅੱਜ ਇਸ ਦੇ ਉੱਤੇ ਹੀ ਗੱਲਬਾਤ ਹੋਵੇਗੀ ਕਿਉਂਕਿ ਸਿੱਧੂ ਦੇ ਬਿਆਨ ਇੱਕ ਪਾਸੇ ਵਾਅਦਿਆਂ ਵਾਲਾ ਜ਼ਿਕਰ ਹੈ ਉਸ ਦੇ ਵਿੱਚ, ਤੇ ਦੂਜੇ ਪਾਸੇ ਇਹ ਇਸ਼ਾਰਾ ਕਰਦੇ ਨੇ ਕਿ ਕੈਪਟਨ ਤੇ ਸਿੱਧੂ ਦੇ ਵਿਚਾਲੇ ਜਿਹੜੀ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਹਾਈ ਕਮਾਨ ਕਰ ਰਿਹਾ ਹੈ, ਉਹ ਕਿਤੇ ਨਾ ਕਿਤੇ ਹਾਈ ਕਮਾਨ ਦੇ ਲਈ ਮਿਸ਼ਨ ਇੰਪੋਸੀਬਲ ਲੱਗਦਾ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸਮਝਿਆ ਜਾ ਰਿਹਾ ਸੀ ਕਿ ਅੰਦਰੂਨੀ ਕਲੇਸ਼ ਖਤਮ ਹੋ ਗਿਆ, ਪਰ ਅੰਦਰੂਨੀ ਕਲੇਸ਼ ਖਤਮ ਜਾਂ ਘੱਟ ਹੋਣ ਦੀ ਥਾਂ ਦੂਰੀਆਂ ਹੁਣ ਹੋਰ ਵਧਣ ਲੱਗੀਆਂ ਨੇ। ਇਸ ਲਈ ਤਾਂ ਸਿੱਧੂ ਨੇ ਤਾਂ ਸਿੱਧਾ ਮੁੱਖ ਮੰਤਰੀ ਨੂੰ ਹੀ ਚੈਲੰਜ ਕਰ ਦਿੱਤਾ, ਐਸਟੀਐਫ ਦੀ ਰਿਪੋਰਟ ਜਨਤਕ ਕਰਨ ਦਾ, ਪੀਪੀਏ ਰੱਦ ਕਰਨ ਦਾ ਅਤੇ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਦਾ। ਤੇ ਸਿੱਧੂ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜਾਂ ਤਾਂ ਸਰਕਾਰ ਇਹ ਕੰਮ ਕਰ ਦੇਵੇ, ਨਹੀਂ ਤਾਂ ਫਿਰ ਵਿਧਾਇਕ ਹੀ ਕਰ ਦੇਣਗੇ। ਸਿੱਧੂ ਦਾ ਇਹ ਬਿਆਨ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਣੌਤੀ ਦੀ ਤਰ੍ਹਾਂ ਹੈ। ਖੇਤੀ ਕਾਨੂੰਨ ਰੱਦ ਹੋਣਗੇ, ਮੈਂ ਤੁਹਾਨੂੰ ਕਹਿ ਰਿਹਾ, ਜਾਂ ਤਾਂ ਤੁਸੀਂ ਕਰਦੇ ਹੋ ਜਾਂ ਐਮਐਲਏ ਕਰਨਗੇ, ਕਿਉਂਕਿ ਜਾਂ ਟਾਂਡੇ ਵਾਲੀ ਨਹੀਂ ਤੇ ਜਾਂ ਭਾਂਡੇ ਵਾਲੀ ਕਹਾਣੀ ਸੁਣੀ ਹੈ। ਸਿੱਧੂ ਤਾਂ ਸਿੱਧੂ, ਪਰ ਉਹਨਾਂ ਦੇ ਬਣਾਏ ਨਵੇਂ ਸਲਾਹਕਾਰ ਵੀ ਹੁਣੇ ਤੋਂ ਹੀ ਅੱਖਾਂ ਦਿਖਾਉਣ ਲੱਗੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਭਾਣਾ ਮੰਨਣਾ ਚਾਹੀਦਾ, ਭਰਿਆ ਮੇਲਾ ਛੱਡਣਾ ਇਹ ਸਿਆਣਪ ਹੁੰਦੀ ਆ। ਰੌਂਡ ਪਾਉਣੀ ਜਾਂ ਬਣ ਰਹੀ ਖੀਰ ਤੇ ਸਵਾਹ ਪਾਉਣੀ, ਉਹ ਉਹਨਾਂ ਨੂੰ ਛੱਡ ਦੇਣੇ ਚਾਹੀਦੇ ਆ। ਕਾਂਗਰਸ ਦੇ ਆਪਣੇ ਘਰ ਹੀ ਘਮਸਾਨ ਹੈ ਤਾਂ ਵਿਰੋਧੀ ਪਿੱਛੇ ਕਿਉਂ ਰਹਿਣ? ਵਿਰੋਧੀ ਦਲ ਇਸ ਨੂੰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਰਗਾ ਦੱਸ ਰਹੇ ਨੇ ਤੇ ਕਹਿ ਰਹੇ ਨੇ ਕਿ ਸਿੱਧੂ ਦਾ ਰਵੱਈਆ ਇਸ ਤਰ੍ਹਾਂ ਜਿਵੇਂ ਵਿਰੋਧੀ ਧਿਰ ਦੇ ਵਿੱਚ ਹੋਣ। ਅਕਾਲੀ ਦਲ ਨੇ ਤਾਂ ਸਿੱਧੂ ਨੂੰ ਡਰਾਈ क्लीनर तक दस दिता। सिद्धू साहब को कहना चाहता हूं कि सिद्धू साहब, अब सरकार भी आप हो और कांग्रेस पार्टी भी आप हो, रूलिंग पार्टी भी आप हो, गवर्नमेंट ऑफ पंजाब भी आप हो। अब ये सारे के सारे मैनिफेस्टो के वादे, 129 पेज के मैनिफेस्टो के वादे पूरे करने की जिम्मेदारी अब सिद्धू साहब आपकी है। आपको अब ऑपोजिशन के आगू की तरह बात करनी छोड़ देनी चाहिए। यू आर नो मोर इन दी ऑपोजिशन। जिस एमएलए के चर्चे केवल विरोधी नहीं, मैं समझदा चाहे आम आदमी पार्टी है चाहे श्रोमणी अकाली दल है, हर बंदे ने रौला पाया। और कुछ दिन मतलब ये जिहड़ा इलीगल माइनिंग और लिकर ट्रेड के खिलाफ सारे लीडरां ने भी कहता कि ये चलाउण वाला बंदा एक मदन लाल जलालपुरे का नाम सामने आउंदा। कि मैं जब भी ये वीडियो ते फोटो वेखदा ते मैनू तो हासा भी आउंदा और हैरानगी भी हुंदी है कि कमाल दी ये तो मैनूं लगदा सिद्धू एंड सिद्धू ड्राई क्लीनर्स हो गए। नवजोत सिंह सिद्धू आज क्यों जोर डाल रहे? जब वो मंत्री थे
जब वो विधायक थे, जब मंत्री सन विधायक सन, उदों तक कक किया नहीं। जो उन्होंने कहा बिजली का महकमा समेट के ठीक कर लो, उदों नहीं किया। लेकिन बिजली के खिलाफ बिजली ठीक नहीं, बिजली अरे भैया करना की है, दसो करोगे की? गल्लां ते कीतियां 2016 2017 9 जनवरी 2017 ਨੂੰ ਵੀ, कॉफी विद कैप्टन जो 2016 ਨੂੰ भी। रिजल्ट की निकलिया? कैप्टन साहब को कोई फार्मूला नहीं, सिद्धू साहब को कोई फार्मूला नहीं। अपने मैनीफेस्टो की एक गल ना सिद्धू साहब पूरा कर सके, ना कैप्टन साहब पूरा कर सके। दोनों ही गल्लां नाल पकौड़े तल रहे हैं, गल्लां नाल पकौड़े नहीं, हत्थ ते सोरो जमा के दिखानी पेगी। ਹਾਈਕਮਾਨ ਵੀ ਪੰਜਾਬ ਕਾਂਗਰਸ ਦੀ ਮੌਜੂਦਾ ਆਪਸੀ ਖਿੱਚੋਤਾਣ ਤੋਂ ਅਣਜਾਣ ਨਹੀਂ। ਇਸ ਕਰਕੇ ਅਗਲੇ ਹਫਤੇ ਹਰੀਸ਼ ਰਾਵਤ ਪੰਜਾਬ ਆ ਸਕਦੇ ਨੇ ਅਤੇ ਗੱਲਬਾਤ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇਸ ਮੁੱਦੇ ਉੱਤੇ ਕਿਉਂਕਿ ਕਾਂਗਰਸ ਦੇ ਵਿੱਚ ਕਲੇਸ਼ ਦਾ ਨਵਾਂ ਚੈਪਟਰ ਨਜ਼ਰ ਆ ਰਿਹਾ ਹੈ, ਇਸ ਮੁੱਦੇ ਉੱਤੇ ਅਸੀਂ ਗੱਲਬਾਤ ਸ਼ੁਰੂ ਕਰੀਏ, ਪਰ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਵੱਡੀ ਖਬਰ ਵੀ ਹੈ। ਚੰਡੀਗੜ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸ਼ਹਿਰੀ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਹੈ। ਜਿਹੜੇ ਕਾਂਗਰਸ ਦੇ ਸ਼ਹਿਰੀ ਵਿਧਾਇਕ ਨੇ, ਮੀਟਿੰਗ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਦਾ ਮਸਲਾ ਉੱਠਿਆ। ਮੀਟਿੰਗ ਦੇ ਵਿੱਚ 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਮੁੱਦਾ ਉੱਠਿਆ। ਪਹਿਲ ਦੇ ਆਧਾਰ ਦੇ ਉੱਤੇ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇ, ਵਿਧਾਇਕ ਸਿੱਧੂ ਦੇ ਸਾਹਮਣੇ ਮੰਗ ਰੱਖਦੇ ਨਜ਼ਰ ਆਏ। ਤਾਂ ਘਰੇਲੂ ਬਿਜਲੀ ਦਾ ਰੇਟ 3 ਰੁਪਏ ਤੇ ਕਮਰਸ਼ੀਅਲ ਦਾ 5 ਰੁਪਏ ਰੇਟ ਹੋਵੇ। ਪਲਾਟ ਤੇ ਇਮਾਰਤਾਂ ਦੀ ਫੌਰਨ ਰੈਗੂਲਰਾਈਜੇਸ਼ਨ ਦੀ ਵੀ ਮੰਗ ਉੱਠੀ ਹੈ। ਸਿੱਧੂ ਤੋਂ ਇਹ ਮਸਲੇ ਸਰਕਾਰ ਦੇ ਕੋਲ ਚੁੱਕਣ ਦੀ ਮੰਗ ਵਿਧਾਇਕਾਂ ਦੇ ਵੱਲੋਂ ਕੀਤੀ ਗਈ। ਤਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਅਸ਼ਵਨੀ ਸੇਖੜੀ ਜੀ ਜੁੜ ਰਹੇ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ। ਬਹੁਤ-ਬਹੁਤ ਸਵਾਗਤ ਹੈ ਸੇਖੜੀ ਸਾਹਿਬ ਤੁਹਾਡਾ। ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਨੇ, ਬਹੁਤ-ਬਹੁਤ ਸਵਾਗਤ ਹੈ। ਅਨਿਲ ਸਰੀਨ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਸਵਾਗਤ ਹੈ। ਤੇ ਇਸ ਦੇ ਨਾਲ ਹੀ ਨੀਲ ਗਰਗ ਸਾਹਿਬ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨੇ। ਗਰਗ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਅਸ਼ਵਨੀ ਸੇਖੜੀ ਜੀ ਤੁਹਾਡੇ ਤੋਂ। ਸਿੱਧੂ ਸਾਹਿਬ ਚਾਹੁੰਦੇ ਕੀ ਨੇ? ਲੋਕ ਸਮਝਣਾ ਚਾਹੁੰਦੇ ਆ ਪੰਜਾਬ ਦੇ ਕਿ ਤੁਸੀਂ 2022 ਦੇ ਲਈ ਵਾਅਦੇ ਕਰ ਰਹੇ ਹੋ ਜਾਂ ਤੁਸੀਂ ਦੱਸ ਰਹੇ ਹੋ ਕਿ 2022 ਤੋਂ ਬਾਅਦ ਅਸੀਂ ਕੀ ਕਰਾਂਗੇ, ਪਰ ਲੋਕ ਪੁੱਛ ਰਹੇ ਨੇ ਕਿ ਮੌਜੂਦਾ ਸਮੇਂ 'ਚ ਤੁਹਾਡੀ ਸਰਕਾਰ ਹੈ। ਪਹਿਲਾਂ ਤਾਂ ਕਾਂਗਰਸ ਕੀ ਸਮਝ ਰਹੀ ਹੈ, ਅਸ਼ਵਨੀ ਸੇਖੜੀ ਕੀ ਸਮਝ ਰਹੇ ਨੇ, ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਕੀ ਸਮਝ ਰਹੇ ਨੇ? ਇਹ ਲੋਕਾਂ ਨੂੰ ਦੱਸੋ ਕਿ ਸਿੱਧੂ ਦੇ ਬਿਆਨਾਂ ਤੋਂ ਕਾਂਗਰਸੀ ਕੀ ਸਮਝ ਰਹੇ ਨੇ। ਦੇਖੋ, ਆਪਣਾ ਅੱਜ ਕਾਂਗਰਸ ਭਵਨ 'ਚ ਇੱਕ ਮੀਟਿੰਗ ਹੋਈ ਸੀਗੀ। ਕਾਂਗਰਸ ਅਧਿਆਪਕ ਸਿੱਧੂ ਸਾਹਿਬ ਨੇ ਮੀਟਿੰਗ ਬੁਲਾਈ ਸੀ। ਜਿਹੜੀਆਂ ਕਾਰਪੋਰੇਸ਼ਨ ਨੇ ਸਾਡੀਆਂ ਪੰਜਾਬ ਦੇ ਵਿੱਚ, ਉਹਨਾਂ 'ਚ ਜਿਹੜੇ ਚੁਣਾਵ ਲੜਦੇ ਨੇ ਐਮਐਲਏ ਜਾਂ ਜਿਨ੍ਹਾਂ ਨੇ ਚੁਣਾਵ ਲੜਿਆ ਕਾਂਗਰਸ ਪਾਰਟੀ ਦਾ, ਸਭ ਦੀ ਰਾਏ ਲੈਣ ਦੇ ਲਈ ਮੀਟਿੰਗ ਬੁਲਾਈ ਸੀ। ਸ਼ਹਿਰੀ ਮੁੱਦਿਆਂ ਤੇ ਬੜੀ ਖੁੱਲ੍ਹ ਕੇ ਗੱਲ ਹੋਈ ਹੈ। ਕਰੀਬ 2.5-3 ਘੰਟੇ ਮੀਟਿੰਗ ਚੱਲੀ ਹੈ। ਕੀ ਇਹ ਇਹੋ ਜਿਹੇ ਮੁੱਦੇ ਨੇ ਜਿਹੜੇ ਕਿ ਸ਼ਹਿਰਾਂ ਦੇ ਲੋਕ ਚਾਹੁੰਦੇ ਨੇ ਔਰ ਕੀ ਲੋਕਾਂ ਦੀ ਇੱਛਾਵਾਂ, ਤਾਂ ਕੀ ਸ਼ਹਿਰ ਦੇ ਲੋਕ ਪੰਜਾਬ ਸਰਕਾਰ ਕੋ ਅੱਜ ਵੀ ਚਾਹੁੰਦੇ ਨੇ, ਉਹਦੇ ਬਾਰੇ ਡਿਸਕਸ਼ਨ ਹੋਈ। ਇਹ ਬਹੁਤ ਪਹਿਲੀ ਵਾਰੀ ਐਸੀ ਖੁੱਲੀ ਡਿਸਕਸ਼ਨ ਹੋਈ ਹੈ ਜਿਹੜੀ ਕਿ ਬਿਲਕੁਲ ਦਿਲ ਖੋਲ ਕੇ ਗੱਲਾਂ ਦੱਸੀਆਂ ਗਈਆਂ। ਇਸ ਮੀਟਿੰਗ 'ਚ ਅਸੀਂ ਸਾਰੇ ਆਪਣੇ ਵਿਚਾਰ ਰੱਖੇ ਨੇ। ਮੈਂ ਵੀ ਮੀਟਿੰਗ 'ਚ ਗਿਆ ਸੀਗਾ ਔਰ ਅਸੀਂ ਆਪਣੇ ਸਾਰੇ ਵਿਚਾਰ ਖੋਲ ਕੇ ਰੱਖੇ ਨੇ, ਜਿਹਨੂੰ ਸਿੱਧੂ ਸਾਹਿਬ ਨੇ ਪਾਰਟੀ ਨੇ ਐਪਰੀਸ਼ੀਏਟ ਕੀਤਾ। ਔਰ ਜਿਹਦੇ 'ਚ ਤੁਸੀਂ ਪਹਿਲਾਂ ਹੀ ਦੱਸਿਆ, ਪਹਿਲੀ ਗੱਲ ਤੇ ਅਸੀਂ ਕਹੀ ਹੈ ਕਿ ਆਪਣਾ ਜਿਹੜਾ ਬਿਜਲੀ ਦਾ ਬਿੱਲ ਹੈ ਬਹੁਤ ਜ਼ਿਆਦਾ ਆਉਂਦਾ ਪਿਆ, ਉਹ ਅਸੀਂ ਇਹ ਮੰਗ ਰੱਖੀ ਹੈਗੀ ਹੈ ਕਿ ਸਾਰੇ ਮਾਫੀ ਚਾਹੁੰਦਾ ਵਿਚਾਲੇ ਰੁਕਦੇ ਆ। ਦੇਖੋ, ਸਾਡੀ ਪੂਰੀ ਚਰਚਾ ਦਾ ਅੱਜ ਦਾ ਜਿਹੜਾ ਪੂਰਾ ਥੀਮ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦੇ ਉੱਤੇ ਹੈ, ਕਿਉਂਕਿ ਮੀਟਿੰਗ ਤੁਸੀਂ ਕੀਤੀ ਹੈ, ਤੁਸੀਂ ਉਸ ਦਾ ਵੀ ਜ਼ਿਕਰ ਕਰ ਰਹੇ ਹੋ। ਪਰ ਨਵਜੋਤ ਸਿੰਘ ਸਿੱਧੂ ਦੀ ਇੱਕ ਸਟੇਟਮੈਂਟ ਹੈ, ਮੈਂ ਉਸ ਤੋਂ ਹੀ ਸ਼ੁਰੂਆਤ, ਮੈਂ ਉਹੀ ਅਸਲ 'ਚ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਸਿੱਧੂ ਕਹਿੰਦੇ ਨੇ ਕਿ ਤੁਸੀਂ ਕਰ ਦਿਓ, ਨਹੀਂ ਤਾਂ ਵਿਧਾਇਕ ਕਰ ਦੇਣਗੇ। ਹੁਣ ਕਾਂਗਰਸ ਇਸ ਨੂੰ ਕੀ ਸਮਝਣ, ਕਾਂਗਰਸ ਦੇ ਵਿਧਾਇਕ ਕੀ ਸਮਝਣ, ਤੇ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹ ਤੁਹਾਡੇ ਵਰਗੇ ਉਹ ਕੀ ਸਮਝਣ, ਜਿਹੜੇ ਕਾਂਗਰਸ ਦੇ ਤੁਹਾਡੇ ਵਰਕਰ ਨੇ ਉਹ ਕੀ ਸਮਝਣ? ਦੇਖੋ, ਇਸ ਤਰ੍ਹਾਂ ਹੈ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ 3 ਰੁਪਏ ਤੋਂ ਵੱਧ ਬਿਜਲੀ ਦਾ ਯੂਨਿਟ ਨਹੀਂ ਹੋਣਾ ਚਾਹੀਦਾ। ਪਾਰਟੀ ਇਹ ਕਹਿ ਰਹੀ ਹੈ ਔਰ ਪਾਰਟੀ ਇਹ ਮੰਗ ਵੀ ਕਰ ਰਹੀ ਹੈ ਔਰ ਸਰਕਾਰ ਸਾਡੀ ਪਾਰਟੀ ਦੀ ਹੈ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਮੁੱਖ ਮੰਤਰੀ ਹਨ, ਉਹਨਾਂ ਕੋਲੋਂ ਅਸੀਂ ਮੰਗ ਰੱਖੀ ਹੈ ਔਰ ਅਸੀਂ ਇਹਨੂੰ ਆਪਾਂ ਕਰਵਾਉਣਾ ਚਾਹੁੰਦੇ ਹਾਂ ਔਰ ਕਾਂਗਰਸ ਪਾਰਟੀ ਕਰਾਉਣਾ ਚਾਹੁੰਦੀ, ਕਰਵਾਏਗੀ। ਔਰ ਦੂਸਰੀ ਗੱਲ ਇਹ ਵੀ ਅਸੀਂ ਕਿਹਾ ਕਿ ਜਿਹੜੇ ਬਿਜਲੀ ਦੇ ਮੀਟਰ ਕੱਟੇ ਜਾ ਰਹੇ ਨੇ, ਕੋਵਿਡ ਹੋ ਗਿਆ, ਕੋਵਿਡ ਦੇ ਕਾਰਨ ਲੋਕਾਂ ਦੀ ਜਿਹੜੀ ਆਰਥਿਕ ਦਸ਼ਾ ਬਹੁਤ ਵਿਗੜ ਗਈ ਸ਼ਹਿਰਾਂ 'ਚ, ਉਹ ਕਨੈਕਸ਼ਨ ਨਹੀਂ ਕੱਟੇ ਜਾਣੇ ਚਾਹੀਦੇ। ਜਿਹੜੇ ਬਿੱਲ ਪੈਂਡਿੰਗ ਨੇ ਉਹਨਾਂ ਨੂੰ 12 ਕਿਸ਼ਤਾਂ 'ਚ ਕੀਤਾ ਜਾਵੇ। ਅਸੀਂ ਇਹ ਮੰਗ ਰੱਖੀ ਹੈ ਅੱਜ ਪਾਰਟੀ ਮੀਟਿੰਗ 'ਚ ਕਿ ਇਹਨਾਂ ਦੇ ਵਿੱਚ 12 ਕਿਸ਼ਤਾਂ ਕਰੋ
ਔਰ ਇਹਨਾਂ ਦਾ ਬਿਜਲੀ ਦਾ ਜਿਹੜਾ ਮੀਟਰ ਕੱਟਿਆ ਉਹਨੂੰ ਚਾਲੂ ਕੀਤਾ ਜਾਵੇ ਔਰ ਇੰਡਸਟਰੀ ਨੂੰ ਬੱਤੀ ਜਿਹੜੀ 5 ਰੁਪਏ ਉਹ ਸੈਕਟਰੀ ਕੈਪਟਨ ਸਾਹਿਬ ਸਾਹਿਬ ਤੁਹਾਨੂੰ ਆਲਰੇਡੀ ਲੱਗਦਾ ਦੇ ਰਹੇ ਤੁਸੀਂ ਨੇ, ਗਲਤ ਸਾਡੀ ਗਲਤ ਸਰਕਾਰ ਜਗ੍ਹਾ ਦੇ ਜਾ ਰਹੀ ਕੇ ਹੈ। ਮੰਗ ਰੱਖ ਰਹੇ ਹੋ? ਨਹੀਂ ਸੈਕਟਰੀ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਗਲਤ ਜਗ੍ਹਾ ਜਾ ਕੇ ਮੰਗ ਰੱਖ ਰਹੇ ਹੋ? ਤਾਂ ਸਰਕਾਰ ਦਾ ਕੰਮ ਹੈ ਨਾ। ਤੇ ਸਿੱਧੂ ਸਾਹਿਬ ਤਾਂ ਜਥੇਬੰਦਕ ਢਾਂਚੇ ਨੂੰ ਚਲਾ ਰਹੇ ਨੇ, ਦੇਖੋ ਸਰ- ਪਾਰਟੀ ਨੂੰ ਚਲਾ ਰਹੇ ਨੇ, ਸਰਕਾਰ ਤਾਂ ਸੀਐਮ ਸਾਹਿਬ ਚਲਾ ਰਹੇ ਨੇ। ਕਪਾਈ ਸਾਹਿਬ ਗੱਲ ਸੁਣੋ, ਕਾਂਗਰਸ ਪਾਰਟੀ ਦਾ ਪਲੇਟਫਾਰਮ ਜਿਹੜਾ ਵਾ ਪਾਰਟੀ ਦੇ ਡਿਸਕਸ਼ਨ ਦੇ ਲਈ ਹੈਗਾ ਨਾ। ਅਸੀਂ ਆਪਸ ਚ ਬਹਿ ਕੇ ਡਿਸਕਸ ਕਰਕੇ ਅਸੀਂ ਸਰਕਾਰ ਨੂੰ ਜਾ ਕੇ, ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਮੰਗ ਰੱਖ ਰਹੀ ਹੈ, ਆਪਣੀ ਪਾਰਟੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਆਪਣੀ ਸਰਕਾਰ ਕੋਲ ਲੈ ਕੇ ਜਾਏਗੀ। ਅਫਸਰ ਕੁਝ ਕਰਦੇ ਪਏ ਨੇ, ਇਹਦੇ ਵਿੱਚ ਖਰਾਬੀਆਂ ਕੁਝ ਕੀਤੀਆਂ ਪਿਛਲੀ ਸਰਕਾਰਾਂ ਨੇ, ਐਸੇ ਜਿਹੜੇ ਕੰਟਰੈਕਟ ਕਰ ਦਿੱਤੇ ਜਿਨ੍ਹਾਂ ਨੂੰ ਨਲ ਕਰਨਾ, ਜਿਹਨਾਂ ਨੂੰ ਖਤਮ ਕਰਨਾ ਕਾਨੂੰਨੀ ਤੌਰ ਤੇ ਮੁਸ਼ਕਲ ਹੋ ਰਿਹਾ। ਪਰ ਲੋਕ ਜਿਹੜੇ ਆ, ਲੋਕਾਂ ਦੀ ਗੱਲ ਇਹ ਹੈ, ਸਰਕਾਰਾਂ ਦੇ ਅਫਸਰ ਜਿਹੜੇ ਨੇ ਉਹ ਕਰਨ ਨਹੀਂ ਦਿੰਦੇ ਪਏ। ਅਸੀਂ ਉਹਦਾ ਰਸਤਾ ਕੱਢਾਂਗੇ। ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਪਾਰਟੀ ਪਲੇਟਫਾਰਮ ਤੋਂ ਠੀਕ ਹੈ। ਨਹੀਂ ਕਿ ਸੈਕਟਰੀ ਸਾਹਿਬ ਲੋਕੀ 3 ਰੁਪਏ ਵੱਧ ਸ਼ਹਿਰਾਂ ਦੇ ਲੋਕ ਬੱਤੀ ਦੇ ਅਸੀਂ ਚਾਹੁੰਦੇ ਸੀ ਤੁਸੀਂ ਉਸ ਦੇ ਉੱਤੇ ਆਨਸਰ ਕਰੋ, ਉਹ ਵਿਚਾਲੀ ਹੈ। ਸਰ ਮੈਂ ਤੁਹਾਡੇ ਕੋਲ ਵਾਪਸ ਸੁਣਨਾ ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੀ ਜੁੜੇ ਹੋਏ ਨੇ। ਬਲਟੋਹਾ ਸਾਹਿਬ ਦੇਖੋ, ਕਾਂਗਰਸੀ ਕੀ ਸਮਝ ਰਹੇ ਨੇ ਉਹ ਸੈਕਟਰੀ ਸਾਹਿਬ ਸਪਸ਼ਟ ਸ਼ਬਦਾਂ 'ਚ ਨਹੀਂ ਦੱਸ ਕੇ ਗਏ। ਅਕਾਲੀ ਦਲ ਕੀ ਸਮਝ ਰਿਹਾ ਉਹ ਦੱਸ ਦਿਓ, ਕਿਉਂਕਿ ਤੁਸੀਂ ਬਹੁਤ ਸਾਰੇ ਇਲਜ਼ਾਮ ਲਗਾ ਰਹੇ ਹੋ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਲੈ ਕੇ। ਪਰ ਸਿੱਧੂ ਬਹੁਤ ਸਪਸ਼ਟ ਸ਼ਬਦਾਂ 'ਚ ਕਹਿ ਰਹੇ ਨੇ ਕਿ ਅਗਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਪੀਪੀਏ ਰੱਦ ਕਰਵਾ ਦਾਂਗੇ। ਇਹ ਵੀ ਕਹਿ ਰਹੇ ਨੇ ਕਿ ਕਾਨੂੰਨ ਰੱਦ ਕਰਵਾ ਦਾਂਗੇ, ਖੇਤੀ ਕਾਨੂੰਨ ਵਿਧਾਨ ਸਭਾ ਦੇ ਅੰਦਰ। ਤੇ ਨਾਲ ਹੀ ਦਾਅਵਾ ਤਾਂ ਸਿੱਧੂ ਇਹ ਵੀ ਕਰ ਗਏ ਕਿ ਐਸਟੀਐਫ ਦੀ ਰਿਪੋਰਟ ਵੀ ਜਨਤਕ ਕਰਨ ਦਾ ਮਤਾ ਕਰਾਂਗੇ, ਪਾਸ ਕਰਵਾਵਾਂਗੇ। ਦੇਖੋ ਗੌਰਵ ਜੀ, ਇਹ ਗੱਲਾਂ ਉਹ ਵਿਅਕਤੀ ਜਾਂ ਉਹ ਲੀਡਰ ਕਰਦਾ ਚੰਗਾ ਲੱਗਦਾ ਆ ਜਿਹੜਾ ਵਿਰੋਧੀ ਧਿਰ 'ਚ ਹੋਵੇ। ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਔਰ ਐਮਐਲਏ ਨੇ ਔਰ 2.5 ਸਾਲ ਮੰਤਰੀ ਵੀ ਰਹੇ ਨੇ, ਤੇ ਬਹੁਤ ਵੱਡੇ ਸ਼ਕਤੀਸ਼ਾਲੀ ਆਗੂ ਨੇ, ਕਾਂਗਰਸ ਦੇ ਕਰਤਾ ਧਰਤਾ ਨੇ ਆਪਾਂ ਕਹਿ ਲਈਏ। ਤੇ ਉਹ ਗੱਲਾਂ ਕਰਨ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਅਸੀਂ ਇਸ ਤਰ੍ਹਾਂ ਕਰਾਂਗੇ, ਤੇ 4.5 ਸਾਲ ਤੁਹਾਡੀ ਬਾਂਹ ਫੜ ਛੱਡੀ ਸੀ ਕਿਸੇ ਨੇ। ਹੁਣ ਜਿਹੜੀ ਗੱਲ ਕਰਦੇ ਆ ਕਿ ਵਿਧਾਨ ਸਭਾ ਦੇ ਵਿੱਚ ਮਤਾ ਲਿਆਵਾਂਗੇ, ਤੇ ਗੌਰਵ ਜੀ ਤੁਸੀਂ ਵੀ ਵਿਧਾਨ ਸਭਾ ਦੀ ਕਾਰਵਾਈ ਅਟੈਂਡ ਕਰਦੇ ਰਹੇ ਹੋਗੇ, ਤੁਹਾਨੂੰ ਵੀ ਉੱਥੋਂ ਦੇ ਪ੍ਰੋਸੀਜਰ ਦਾ ਪਤਾ ਹੋਊਗਾ, ਸਿਸਟਮ ਦਾ ਪਤਾ ਹੋਊਗਾ ਕਿ ਇੱਕ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਹੋਏ ਮਤੇ ਦੀ ਵਕਤ ਕਿੰਨੀ ਕੁ ਹੈ। ਜੇ ਪ੍ਰਾਈਵੇਟ ਐਮਐਲਏ ਸਾਹਿਬਾਨ ਵੱਲੋਂ ਆਉਂਦਾ ਹੈ ਤੇ ਸਮਝ ਲਓ ਕਿ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਤੋਂ ਇਲਾਵਾ ਤੇ ਇੱਕ ਅਖਬਾਰੀ ਨਿਊਜ਼ ਤੋਂ ਇਲਾਵਾ ਉਹਦੀ ਕੋਈ ਵਕਤ ਨਹੀਂ ਗੀ ਬਾਲੀ। ਤੇ ਜੇ ਸਰਕਾਰ ਵੀ ਪਾਸ ਕਰਦੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਨੂੰਨਾਂ ਬਾਰੇ ਚਾਹੇ ਸੋਧਾਂ ਵਾਲਾ ਹੀ ਮਤਾ ਪਾਸ ਕੀਤਾ ਸੀ, ਅੱਜ ਕਿੱਥੇ ਹੈ? ਸਰਕਾਰੀ ਤੌਰ ਤੇ ਮਤਾ ਲਿਆਂਦਾ ਸੀ ਅਜੇ ਕਿ ਸਟੇਟ ਦੇ ਸੂਬਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਮਤਾ ਲਿਆਂਦਾ ਸੀਗਾ ਔਰ ਸਰਬਸੰਮਤੀ ਨਾਲ ਪਾਸ ਹੋਇਆ ਸੀ। ਭਾਵੇਂ ਕਿ ਸੋਧਾ ਸੀ, ਤੁਹਾਨੂੰ ਵੀ ਇਤਰਾਜ਼ ਹੋ ਸਕਦਾ, ਮੈਨੂੰ ਵੀ ਇਤਰਾਜ਼ ਹੈ ਕਿ ਸੋਧਾ ਕਿਉਂ। ਪੰਜਾਬ ਦਾ ਮੈਸੇਜ ਜਾਣਾ ਚਾਹੀਦਾ ਸੀਗਾ ਤੇ ਰੱਦ ਦਾ ਜਾਣਾ ਚਾਹੀਦਾ। ਇੱਕ ਮੈਸੇਜ ਦੇ ਸਕਦੇ ਸੀ, ਭਾਵੇਂ ਉਹਦੇ ਨਾਲ ਅਸੀਂ ਕੋਈ ਤਬਦੀਲੀ ਨਹੀਂ ਕਰ ਸਕਦੇ। ਜਿਹੜੀ ਮਤਿਆਂ ਦੀ ਗੱਲ ਕਰਨੀ ਕਿ ਵਿਧਾਨ ਸਭਾ ਦੇ ਵਿੱਚ ਪੀਪੀਏ ਵੀ ਰੱਦ ਕਰ ਦਾਂਗੇ, ਐਸਟੀਐਫ ਦੀ ਰਿਪੋਰਟ ਵੀ ਲਾਗੂ ਕਰ ਦਾਂਗੇ, ਅਸੀਂ ਜਿਹੜੇ ਦੂਸਰਾ ਕੀ ਨਾ ਖੇਤੀ ਕਾਨੂੰਨ ਵੀ ਰੱਦ ਕਰ ਦਾਂਗੇ, ਹੋਰ ਵੀ ਜਿਹੜੀਆਂ ਵਾਰ-ਵਾਰ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ, ਇਹ ਸਾਰੀਆਂ ਜਿਹੜੀਆਂ ਨੇ ਹਕੀਕਤ ਦੇ ਰੂਪ ਦੇ ਵਿੱਚ ਹਕੀਕਤ ਤੋਂ ਬਹੁਤ ਦੂਰ ਨੇ। ਇਹ ਹਕੀਕਤ ਨਹੀਂ। ਤੁਸੀਂ ਕਿਸੇ ਵੀ ਵਿਧਾਨ ਸਭਾ ਦੇ ਜਿਹੜੇ ਉੱਚ ਅਧਿਕਾਰੀ ਹੈਗੇ ਜਾਂ ਰਹੇ ਨੇ ਉਹਨਾਂ ਦੇ ਨਾਲ ਜਦੋਂ ਗੱਲ ਕਰੋਗੇ ਤੁਹਾਨੂੰ ਉਹ ਸਾਰਾ ਪ੍ਰੋਸੀਜਰ ਦੱਸ ਦੇਣਗੇ। ਹੁਣ ਮੇਰੀ ਗੱਲ ਜਿਹੜੀ ਹੈ ਮੈਂ ਮੋਟੇ ਜਿਹੇ ਰੂਪ ਚ ਆਉਣਾ ਚਾਹੁੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਕਦੀ ਤੇ ਪੀਪੀਏ ਦੀ ਗੱਲ ਕਰਦੇ ਹੈ, ਬਿਜਲੀ ਸਮਝੌਤਿਆਂ ਦੀ ਗੱਲ ਕਰਦੇ ਹੈ ਜੀ, ਖੇਤੀ ਕਾਨੂੰਨਾਂ ਦੀ ਗੱਲ ਕਰਦੇ ਹੈ, ਕਰਨੀ ਚਾਹੀਦੀ ਹੈ ਜੇ ਕਿਸੇ ਨੂੰ ਇਤਰਾਜ਼ ਕਰਨੀ ਚਾਹੀਦੀ ਹੈ। ਪਰ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀਗਾ ਤੇ ਜਿਹਦੇ ਵਿੱਚ ਬੜੇ ਵੱਡੇ ਪੱਧਰ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਸੀ ਕਿਸਾਨੀ ਤੇ ਕਰਜ਼ੇ ਦੇ ਨਾਂ ਤੇ ਫਾਰਮ ਭਰ ਕੇ ਵਾਅਦਾ ਕਰਕੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਮੁੱਚਾ ਕਰਜ਼ਾ ਹਰ ਤਰ੍ਹਾਂ ਦਾ, ਕਿਸਾਨ ਦਾ ਕਰਜ਼ਾ, ਜੱਟ ਦਾ ਕਰਜ਼ਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ, ਕਾਂਗਰਸ ਦੀ ਸਰਕਾਰ ਬਣ ਗਈ, ਮਾਫ ਹੋਊ। ਤੇ ਜਿਹੜਾ ਵੋਟ ਬੈਂਕ ਭੁਗਤਿਆ ਤੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਬਣੀ, ਕਦੀ ਨਵਜੋਤ ਸਿੰਘ ਸਿੱਧੂ ਉਸ ਕਿਸਾਨੀ ਕਰਜ਼ੇ ਦੀ ਗੱਲ ਕਿਉਂ ਨਹੀਂ ਕਰਦੇ? ਇਹਨਾਂ ਨੇ ਦੂਜਾ ਵੱਡਾ ਵਾਅਦਾ ਕੀਤਾ ਸੀ ਪੰਜਾਬ ਦੇ ਯੂਥ ਦੇ ਨਾਲ ਕਿ ਇੱਧਰ ਕੈਪਟਨ ਨੇ ਸਹੁੰ ਚੁੱਕੀ ਤੇ ਇੱਧਰ ਘਰ ਘਰ ਸਰਕਾਰੀ ਨੌਕਰੀ ਪੱਕੀ। ਅੱਜ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਹੈ
ਕਿ ਤੁਸੀਂ ਅੱਜ ਉਹਨਾਂ ਨੌਜਵਾਨਾਂ ਨਾਲ ਕੀਤੇ ਹੋਏ ਵਾਅਦੇ ਦੀ ਗੱਲ ਕਿਉਂ ਨਹੀਂ ਕਰਦੇ, ਉਹ ਸਰਕਾਰੀ ਨੌਕਰੀ ਦੀ ਗੱਲ ਕਿਉਂ ਨਹੀਂ ਜੀ ਕਰਦੇ। ਤੁਸੀਂ ਕਿਹਾ ਸੀ ਕਿ ਜਿੰਨਾ ਚਿਰ ਨੌਕਰੀ ਦਿੰਦੇ ਬੇਰੁਜ਼ਗਾਰੀ ਭੱਤਾ 2500 ਦੇਵਾਂਗੇ, ਤੁਸੀਂ ਉਸ 2500 ਦੀ ਗੱਲ ਕਿਉਂ ਨਹੀਂ ਜੀ ਕਰਦੇ। ਤੁਸੀਂ ਕਿਹਾ ਸੀ ਕਿ ਅਸੀਂ ਬੁਢਾਪਾ ਪੈਨਸ਼ਨ 2000 ਕਰਾਂਗੇ, ਤੁਸੀਂ ਬੁਢਾਪਾ ਪੈਨਸ਼ਨ ਦੀ ਗੱਲ ਕਿਉਂ ਨਹੀਂ ਕਰਦੇ। ਬੱਚੀਆਂ ਦੀ, ਗਰੀਬ ਬੱਚੀਆਂ ਦੀ 55000 ਸਗਨ ਸਕੀਮ ਦੀ ਗੱਲ ਕੀਤੀ ਸੀ, ਆਪਾਂ ਉਸ ਪੁਆਇੰਟ ਦੇ ਉੱਤੇ ਆਉਂਦੇ ਸਿੱਧੂ ਉਹਦੀ ਗੱਲ ਕਿਉਂ ਨਹੀਂ ਕਰਦੇ ਕਿ ਜਿਨ੍ਹਾਂ ਤੋਂ ਜ਼ਿਕਰ ਨਹੀਂ ਕਰ ਰਹੇ। ਠੀਕ ਹੈ, ਨਹੀਂ ਬਲਟੋਹਾ ਸਾਹਿਬ, ਪਰ ਪਹਿਲਾਂ ਜਿਹੜਾ ਜ਼ਿਕਰ ਹੋ ਰਿਹਾ ਆਪਾਂ ਉਸ ਦੀ ਗੱਲ ਕਰ ਲਈਏ। ਸੇਖੜੀ ਸਾਹਿਬ, ਛੋਟਾ ਜਿਹਾ ਤੁਹਾਡੀ ਸਟੇਟਮੈਂਟ, ਥੋੜਾ ਜਿਹਾ ਆਪਾਂ ਆਪਣੇ ਬਿਆਨਾਂ ਨੂੰ ਸੰਖੇਪ ਰੱਖੀਏ, ਮੇਰੀ ਸਾਰਿਆਂ ਨੂੰ ਅਪੀਲ ਹੈ, ਤਾਂ ਕਿ ਜ਼ਿਆਦਾ ਪੁਆਇੰਟਸ ਦੇ ਉੱਤੇ ਆਪਾਂ ਗੱਲਬਾਤ ਕਰ ਸਕੀਏ। ਸੇਖੜੀ ਸਾਹਿਬ ਦੇਖੋ, ਉਹੀ ਪੁਆਇੰਟ ਚੁੱਕ ਰਹੇ ਨੇ ਜੋ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਵੱਡੇ ਵੱਡੇ ਦਾਅਵੇ ਕਰ ਰਹੇ ਨੇ। ਇਹ ਕਹਿ ਰਹੇ ਨੇ 3 ਰੁਪਏ ਤੋਂ 5 ਰੁਪਏ ਤੱਕ ਬਿਜਲੀ, ਪਰ ਲੋਕ ਕਹਿ ਰਹੇ ਨੇ ਤੁਹਾਡੀ ਸਰਕਾਰ ਹੈ, ਕਰ ਦਿਓ ਜਾਂ ਕਰਵਾ ਦਿਓ। ਅਗਲੇ ਸੈਸ਼ਨ ਦੇ ਵਿੱਚ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਅਸੀਂ ਆਹ ਕਰਵਾ ਦਾਂਗੇ, ਤਾਂ ਕਿਸ ਬਿਹਾਫ ਦੇ ਉੱਤੇ ਉਹ ਕਹਿ ਰਹੇ ਨੇ, ਉਹ ਵੀ ਲੋਕ ਜਾਣਨਾ ਚਾਹੁੰਦੇ ਨੇ ਪੰਜਾਬ ਦੇ। ਮੈਂ ਤੇ ਹੈਰਾਨ ਹੈ, ਆਪਣੇ ਬਲਟੋਹਾ ਸਾਹਿਬ ਬੜੇ ਸੀਨੀਅਰ ਵਿਧਾਨਕਾਰ ਰਹੇ, ਕਈ ਵਾਰ ਜਿੱਤੇ ਨੇ, ਕਈ ਵਾਰੀ ਪਾਰਲੀਮੈਂਟਰੀ ਸੈਕਟਰੀ ਜਾਂ ਮਿਨਿਸਟਰ ਰਹੇ ਨੇ। ਐਕਚੁਅਲੀ ਵਿਧਾਨ ਸਭਾ ਇੱਕ ਐਸਾ ਫੋਰਮ ਹੈ, ਇੱਕ ਐਸੀ ਸਦਨ ਹੈ ਜਿੱਥੇ ਕੀਤੀ ਹੋਈ ਹਰ ਗੱਲ ਰਿਕਾਰਡ ਕੀਤੀ ਜਾਂਦੀ ਹੈ। ਔਰ ਮੈਂ ਹੈਰਾਨ ਹੈ, ਕਹਿੰਦੇ ਕਿ ਸਾਡੇ ਮਤੇ ਦੀ ਕੋਈ ਵੈਲਿਊ ਨਹੀਂ। ਇਹ ਗਲਤ ਕਰਦੇ ਪਏ ਨੇ। ਜੇ ਆਪਣੇ MLA ਸਾਹਿਬਾਨ ਸਾਰਾ ਹਾਊਸ ਕਹਿ ਦੇ ਕਿ ਜੀ ਅਸੀਂ, ਜਾਂ ਮੈਜੋਰਟੀ ਆਫ ਦੀ ਹਾਊਸ ਕਹਿ ਦੇ ਕਿ 3 ਰੁਪਏ ਬੱਤੀ ਕਰਨੀ ਹੈ ਤਾਂ ਬਿਜਲੀ ਬੋਰਡ ਨੂੰ ਕਰਨੀ ਪਏਗੀ। ਪਹਿਲੇ ਕਿਤੇ SYL ਦਾ ਜਿਹੜਾ ਮੁੱਦਾ ਸੀਗਾ ਉਹ ਵੀ ਕਾਨੂੰਨ ਬਣਾ ਕੇ ਕੈਂਸਲ ਕੀਤਾ। ਪਾਣੀਆਂ ਦਾ ਜਿਹੜਾ ਕਾਨੂੰਨ ਸੀਗਾ, ਤੁਸੀਂ ਕਹਿ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦਾ ਕਾਨੂੰਨ ਕੈਂਸਲ ਕੀਤਾ। ਬਲਟੋਹਾ ਸਾਹਿਬ, ਛੋਟੀ ਸਟੇਟਮੈਂਟ, ਉਸ ਤੋਂ ਬਾਅਦ ਗਰਗ ਸਾਹਿਬ ਤੇ ਫਰੀਦ ਸਾਹਿਬ ਮੇਰੀ ਗੱਲ ਸੁਣੋ, ਮੈਂ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਗੱਲ ਸੁਣੋ, ਮੈਂ ਦੱਸਣਾ ਚਾਹੁੰਦਾ ਕਿ ਜਿਹੜੇ PPA ਨੇ, ਜਿਹੜੇ PPA ਕੰਟਰੈਕਟ ਇਹਨਾਂ ਨੇ ਅਕਾਲੀਆਂ ਨੇ ਸਾਈਨ ਕੀਤੇ ਸੀ, ਪਾਵਰ ਪਰਚੇਜ਼ ਐਗਰੀਮੈਂਟ, ਕੈਪਟਨ ਸਾਹਿਬ ਉਹ ਵੀ ਖਤਮ ਕਰਨਗੇ, ਵਿਧਾਨ ਸਭਾ 'ਚ ਖਤਮ ਕਰਨਗੇ। ਸਭ ਖਤਮ ਕਰ ਦੇਗਾ। ਲੋਕ ਜਾਣਨਾ ਚਾਹੁੰਦੇ ਨੇ ਜੇ ਮਤਾ ਪਾਸ ਹੋ ਗਿਆ, ਨਹੀਂ 1 ਸੈਕਿੰਡ ਸਰ, ਜੇ PPA ਦੇ ਖਿਲਾਫ ਮਤਾ ਪਾਸ ਹੋ ਗਿਆ ਤਾਂ ਸਮਝੀਏ ਕਿ ਕੈਂਸਲ ਹੋ ਗਏ। ਤੁਹਾਡੇ ਸਾਹਮਣੇ ਹੀ ਹੈ, ਪਾਣੀਆਂ ਦਾ ਬਿੱਲ ਦਾ ਕੀ ਬਣਿਆ, SYL ਦਾ ਬਿੱਲ ਦਾ ਕੀ ਬਣਿਆ। ਜੇ ਵਿਧਾਨ ਸਭਾ ਇਕੱਠੀ ਹੋ ਕੇ ਬਲਟੋਹਾ ਸਾਹਿਬ, ਛੋਟੀ ਸਟੇਟਮੈਂਟ ਸਰ, 20 ਸੈਕਿੰਡ, ਠੀਕ ਹੈ ਸਰ, ਆਪਾਂ ਜਵਾਬ ਲਈਏ ਨਾ। ਬਲਟੋਹਾ ਸਾਹਿਬ ਵੀ ਬਹੁਤ ਸੀਨੀਅਰ ਨੇ, ਵਿਧਾਇਕ ਰਹੇ ਨੇ, ਤਾਂ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ। ਬਲਟੋਹਾ ਸਾਹਿਬ ਦੇਖੋ, ਮੇਰੀ ਬੇਨਤੀ ਇੰਨੀ ਕਿ ਇੱਕ ਹੁੰਦਾ ਆ ਕਿਸੇ MLA ਵੱਲੋਂ ਜਾਂ ਕਿਸੇ ਵਿਧਾਇਕ ਵੱਲੋਂ ਸਦਨ ਦੇ ਵਿੱਚ ਮਤਾ ਲਿਆਂਦਾ ਜਾਂਦਾ, ਉਹਨੂੰ ਕਹਿੰਦੇ ਪ੍ਰਾਈਵੇਟ ਮਤਾ ਜੀ। ਤੇ ਪ੍ਰਾਈਵੇਟ ਮਤਾ ਹਰੇਕ ਵੀਰਵਾਰ ਜਿਹੜਾ ਨਾਨ ਅਫੀਸ਼ੀਅਲ ਹੁੰਦਾ ਹੈ, ਆਉਂਦਾ ਹੀ ਹੁੰਦਾ ਹੈ। ਉਹ ਕਿੱਥੇ ਜਾਂਦਾ ਹੈ, ਕੀ ਬਣਦਾ ਆ, ਉਹ ਸ਼ੇਖੜੀ ਸਾਹਿਬ ਨੂੰ ਮੇਰੇ ਤੋਂ ਵੱਧ ਪਤਾ ਹੋਊਗਾ। ਇੱਕ ਹੁੰਦਾ ਅਫੀਸ਼ੀਅਲ ਸਰਕਾਰੀ ਮਤਾ, ਜਿਹੜੇ ਮੁੱਖ ਮੰਤਰੀ ਲੈ ਕੇ ਆਉਂਦੇ ਜਾਂ ਪਾਰਲੀਮਾਨੀ ਮਿਨਿਸਟਰ ਲੈ ਕੇ ਆਉਂਦੇ ਆ, ਉਹ ਜੇ ਲੈ ਕੇ ਆਉਂਦੇ ਆ, ਉਹਦੇ ਉੱਤੇ ਜੇ ਤੇ ਪੰਜਾਬ ਨਾਲ ਸੰਬੰਧਿਤ ਹੈ SYL ਦਾ ਪਾਸ ਹੋਇਆ, ਪੰਜਾਬ ਸਰਕਾਰ ਨੇ ਕਾਰਵਾਈ ਕਰਨੀ। ਤੇ ਜੇ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ, ਸੈਂਟਰ ਨਾਲ ਸੰਬੰਧਿਤ ਹੈ, ਤੇ ਵਿਧਾਨ ਸਭਾ ਤੋਂ ਸੈਕਟਰੀਏਟ ਤੇ ਸੈਕਟਰੀਏਟ ਤੋਂ ਜਿਹੜਾ ਕੇਂਦਰ ਸਰਕਾਰ ਕੋਲੇ ਜਾਂਦਾ ਆ, ਉਹਦੇ ਤੇ ਕੀ ਬਣਦਾ ਆ। ਪਿੱਛੇ ਬੜੇ ਮਤੇ ਪਾਸ ਹੁੰਦੇ ਰਹੇ ਨੇ, ਬੜਾ ਕੁਝ ਹੁੰਦਾ ਰਿਹਾ, ਉਹਨਾਂ ਮਤਿਆਂ ਦੀ ਕਾਰਗੁਜ਼ਾਰੀ ਤੁਸੀਂ ਆਪਣੇ ਆਪ ਹਿਸਾਬ ਲਾ ਲਓ। ਤੇ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਕੋਈ ਨਹੀਂਗੀ, ਕਿਉਂਕਿ ਜਿਹੜੇ ਮਤੇ ਬਹੁਤ ਪਾਸ ਹੁੰਦੇ ਨੇ, ਉਹਨਾਂ ਮਤਿਆਂ ਤੇ ਅੱਗੇ ਕਾਰਗੁਜ਼ਾਰੀ ਕੀ ਹੁੰਦੀ ਹੈ, ਕਾਰਵਾਈ ਕੀ ਹੁੰਦੀ ਹੈ, ਸਿਵਾਏ ਅਖਬਾਰੀ ਖਬਰ ਤੋਂ, ਸਿਵਾਏ ਚੈਨਲਾਂ ਤੇ ਡਿਸਕਸ਼ਨ ਤੋਂ ਵੀ ਆਹ ਪਾਸ ਕਰ ਦਿੱਤਾ। ਹਾਂ, ਪੰਜਾਬ ਦੀ ਆਵਾਜ਼ ਜਿਹੜੀ ਆ, ਉਹ ਜਿਹੜੀ ਜਨਤਾ ਦੇ ਸਾਹਮਣੇ ਆਉਂਦੀ ਆ, ਕੇਂਦਰ ਦੇ ਸਾਹਮਣੇ ਆਉਂਦੀ ਹੈ, ਇੱਕ ਮਤ ਹੋ ਕੇ ਆਵਾਜ਼ ਆਉਂਦੀ ਹੈ। ਇਸ ਤੋਂ ਇਲਾਵਾ ਜਿਹੜਾ ਆਪਾਂ ਕਹਿ ਦਈਏ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਕਰਦੇ ਨੇ ਕਿਤੇ ਰੱਦ ਹੋ ਜਾਣਗੇ। ਦੇਖੋ, ਇੱਥੇ ਆ ਜਾਈਏ, ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਇੱਕ ਮਿੰਟ ਦੇ ਦਿਓ, ਇੱਕ ਮਿੰਟ ਦੇ ਦਿਓ, ਇੱਕ ਜੀ। ਦੇਖੋ, ਇਹ ਕਹਿੰਦੇ ਮਤੇ ਦੀ ਵੈਲਿਊ ਕੋਈ ਨਹੀਂ। SYL ਕਨਾਲ ਸੁਪਰੀਮ ਕੋਰਟ ਚੋਂ ਅਲਾਉ ਕਰ ਦਿੱਤੀ ਗਈ, ਸਾਡੀ ਵਿਧਾਨ ਸਭਾ ਨੇ ਮਤਾ ਕੀਤਾ, ਅੱਜ ਤੱਕ ਪਾਣੀ ਨਹੀਂ ਗਿਆ, ਨਾ ਉਹ 'ਚ ਪਾਣੀ ਪੈਣ ਦੇਣਾ। ਇਹ ਨਾ ਕਹੋ ਕਿ ਵਿਧਾਨ ਸਭਾ ਦੇ ਮਤੇ ਦੀ ਵੈਲਿਊ ਕੋਈ ਨਹੀਂ। ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ, ਹੋ ਗਿਆ ਨਾ, ਇਹ ਹੋਏਗਾ। ਕਿਸਾਨਾਂ ਦੇ ਜਿਹੜੇ ਖਿਲਾਫ ਤਿੰਨ ਸਾਰੇ ਮਹਿਮਾਨਾਂ ਬੜੀ ਦੇਰ ਦਾ ਇੰਤਜ਼ਾਰ ਕਰ ਰਹੇ ਨੇ, ਉਹ ਵੀ ਕੈਂਸਲ ਕਰਾਂਗੇ। ਬਲਟੋਹਾ ਸਾਹਿਬ ਤੇ ਸੇਖੜੀ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਿਓ, ਥੋੜਾ ਜਿਹਾ ਇੰਤਜ਼ਾਰ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਨੀਲ ਗਰਗ ਜੀ, ਕਿਉਂ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਆਪੋਜੀਸ਼ਨ ਦੀ ਤਰ੍ਹਾਂ ਗੱਲਬਾਤ ਕਰ ਰਹੇ ਨੇ? ਤੁਹਾਡੇ ਵੱਡੇ ਲੀਡਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ, ਕਿਉਂ ਸਿੱਧੂ ਦੀਆਂ ਸਟੇਟਮੈਂਟ ਆਪੋਜੀਸ਼ਨ ਵਾਲੀਆਂ ਲੱਗ ਰਹੀਆਂ ਨੇ? ਬੋਲ ਦਿੱਤਾ ਕਿ 3 ਤੋਂ 5 ਦੇਵਾਂਗੇ, ਕਹਿ ਦਿੱਤਾ ਕਿ ਸਾਡੀ ਸਰਕਾਰ, ਅਸੀਂ ਮਤਾ ਲੈ ਕੇ ਆਵਾਂਗੇ। ਕੀ ਗਲਤ ਹੈ ਉਸ ਵਿੱਚ?
ਦੇਖੋ ਬਿਲਕੁਲ ਜਿਹੜਾ ਹੈਗਾ ਸਰਕਾਰ ਨੇ ਕੰਮ ਕਰਕੇ ਦਿਖਾਉਣਾ ਹੁੰਦਾ, ਸਰਕਾਰ ਨੇ ਕੋਈ ਮੰਗਾਂ ਨਹੀਂ ਕਰਨੀਆਂ ਹੁੰਦੀਆਂ। ਔਰ ਪਿਛਲੇ 15 ਸਾਲ ਤੋਂ ਨਵਜੋਤ ਸਿੰਘ ਸਿੱਧੂ ਸੱਤਾਧਾਰੀ ਧਿਰ ਦੇ ਨਾਲ ਹੀ ਹੈਗੇ ਆ। ਪਹਿਲਾਂ ਜਦੋਂ 10 ਸਾਲ ਅਕਾਲੀ ਤੇ ਬੀਜੇਪੀ ਦੀ ਸਰਕਾਰ ਸੀ ਉਦੋਂ ਵੀ ਸੱਤਾ ਦੇ ਵਿੱਚ ਸੀ, ਹੁਣ ਪਿਛਲੇ 4.5 ਸਾਲ ਤੋਂ ਵੀ ਸੱਤਾ ਦੇ ਵਿੱਚ ਨੇ। ਬਲਕਿ ਹੁਣ ਤਾਂ ਉਹ ਜਿਹੜੇ ਹੈਗੇ ਪਾਰਟੀ ਦੇ ਪ੍ਰਧਾਨ ਵੀ ਨੇ, ਹਾਈ ਕਮਾਂਡ ਵੀ ਨੇ, ਸਰਕਾਰ ਵੀ ਉਹਨਾਂ ਦੇ ਥੱਲੇ ਹੈ। ਔਰ ਜਦੋਂ ਉਹ ਪ੍ਰਧਾਨ ਨਹੀਂ ਬਣੇ ਸੀ, ਜਿਸ ਤਰੀਕੇ ਨਾਲ ਉਹਨੇ ਆਪਣੀ ਕੁਰਸੀ ਦੀ ਲੜਾਈ ਲੜੀ ਸੀ, ਉਸ ਟਾਈਮ ਤੇ ਉਹ ਕਹਿੰਦੇ ਹੁੰਦੇ ਸੀ ਜੇਕਰ ਮੈਨੂੰ ਪ੍ਰਧਾਨ ਬਣਾ ਦੇਣ ਮੈਂ ਨਸ਼ੇ ਖਤਮ ਕਰ ਦੂੰਗਾ, ਜੇ ਮੈਨੂੰ ਪ੍ਰਧਾਨ ਬਣਾ ਦੇਣ ਮੈਂ ਬੇਅਦਬੀਆਂ ਦਾ ਇਨਸਾਫ ਦਵਾ ਦੂੰਗਾ, ਜੇ ਮੈਨੂੰ ਪ੍ਰਧਾਨ ਬਣਾ ਦੇਣ ਮੈਂ ਪੀਪੀਏ ਰੱਦ ਕਰ ਦੂੰਗਾ, ਜੇ ਮੈਨੂੰ ਪ੍ਰਧਾਨ ਬਣਾ ਦੇਣ ਕਿਸਾਨਾਂ ਦੇ ਖੁਦਕਸ਼ੀਆਂ ਬੰਦ ਹੋ ਜਾਣਗੀਆਂ, ਜੇ ਮੈਨੂੰ ਪ੍ਰਧਾਨ ਬਣਾ ਦੇਣ ਤਾਂ ਮਾਫੀਆ ਖਤਮ ਹੋ ਜਾਏਗਾ। ਹੁਣ ਤੇ ਉਹ ਪ੍ਰਧਾਨ ਨੇ ਔਰ ਉਹਨਾਂ ਨੂੰ ਇੱਕ ਆਪੋਜੀਸ਼ਨ ਲੀਡਰ ਦੀ ਤਰ੍ਹਾਂ ਜਿਹੜਾ ਹੈਗਾ ਉਹ ਬਿਹੇਵ ਨਹੀਂ ਕਰਨਾ ਚਾਹੀਦਾ। ਮੈਂ ਇੱਥੇ ਸਿਰਫ ਤੇ ਸਿਰਫ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਡਰਾਮੇਬਾਜ਼ੀ ਕਰ ਰਹੇ ਨੇ, ਕਿਉਂਕਿ ਜਦੋਂ ਅਸੀਂ ਪੀਪੀਏ ਰੱਦ ਕਰਨ ਦੀ ਗੱਲ ਕਰਦੇ ਹਾਂ, ਤੁਹਾਨੂੰ ਵੀ ਯਾਦ ਹੋਏਗਾ ਸਰ ਕਿ ਸਾਡੇ ਮੈਂਬਰ ਨੇ ਸੁਨਾਮ ਤੋਂ ਐਮਐਲਏ ਅਮਨ ਅਰੋੜਾ ਜੀ, 2 ਵਾਰ ਅਸੀਂ ਵਿਧਾਨ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆ ਚੁੱਕੇ ਹਾਂ। ਕਿੰਨੇ ਵਾਰੀ ਅਸੀਂ ਕਾਲ ਅਟੈਂਸ਼ਨ ਲਿਆਂਦੀ ਔਰ ਕਿੰਨੇ ਵਾਰੀ ਅਸੀਂ ਮਤਾ ਦੇਖੋ ਮਤੇ ਦੇ ਉੱਪਰ ਹੀ ਬਹਿਸ ਹੋ ਰਹੀ ਸੀ ਨਾ। ਵਲਟੋਹਾ ਸਾਹਿਬ ਕਹਿੰਦੇ ਕਿ ਅਜਿਹੇ ਮਤੇ ਲਿਆ ਕੇ ਠੰਡੇ ਬਸਤੇ ਪਹਿਲੇ ਨੇ ਕੁਝ ਨਹੀਂ ਹੁੰਦਾ। ਨਹੀਂ ਉਹ ਇੱਕ ਮਿੰਟ ਸਰ ਐ ਨਾ ਕਰੋ ਸਰ, ਗੱਲ ਸੁਣ ਲਓ। ਜਿਹੜਾ ਹੁਣ ਵਲਟੋਹਾ ਸਾਹਿਬ ਕਹਿ ਰਹੇ ਹੋ ਬਿਲਕੁਲ ਗਲਤ ਕਹਿ ਰਹੇ ਨੇ। ਮਤਾ ਲਿਆਂਦਾ ਜਾਂਦਾ, ਮਤੇ ਤੇ ਬਹਿਸ ਹੁੰਦੀ ਹੈ, ਜਦੋਂ ਉਹ ਮਤਾ ਪਾਸ ਹੋ ਜਾਂਦਾ ਤਾਂ ਇੱਕ ਸਰਕਾਰੀ ਡਾਕੂਮੈਂਟ ਬਣ ਜਾਂਦਾ ਹੈਗਾ। ਮੈਂ ਐਸੇ ਹੀ ਕਹਿਣਾ ਚਾਹ ਰਿਹਾ, ਜਦੋਂ ਸਾਡੇ ਇੱਕ ਐਮਐਲਏ ਨੇ, ਅਸੀਂ ਲਗਾਤਾਰ ਇਹ ਜਿਹੜੇ ਮੁੱਦਿਆਂ ਤੇ ਅੱਜ ਨਵਜੋਤ ਸਿੰਘ ਸਿੱਧੂ ਗੱਲ ਕਰ ਰਹੇ ਨੇ, ਇਸ ਮੁੱਦਿਆਂ ਦੀ ਲਗਾਤਾਰ 4.5 ਸਾਲ ਅਸੀਂ ਵਿਧਾਨ ਸਭਾ 'ਚ ਗੱਲ ਕਰਦੇ ਰਹੇ ਹਾਂ। ਉਦੋਂ ਨਵਜੋਤ ਸਿੰਘ ਸਿੱਧੂ ਕਿੱਥੇ ਸੀ? ਉਦੋਂ ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਕਿਉਂ ਇਹਨਾਂ ਮੁੱਦਿਆਂ ਦੀ ਹਮਾਇਤ ਨਹੀਂ ਕੀਤੀ? ਅੱਜ ਉਹ ਸਿਰਫ ਇਸ ਕਰਕੇ ਕਹਿ ਰਹੇ ਨੇ ਕਿ ਲੋਕਾਂ ਨੂੰ ਇਹ ਭਰਮ ਪਾਲਣਾ ਭੁਲੇਖਾ ਦੇ ਵਿੱਚ ਰੱਖਣਾ ਚਾਹੁੰਦੇ ਨੇ ਕਿ ਫੇਲ ਜਿਹੜਾ ਹੈਗਾ ਉਹ ਕੈਪਟਨ ਹੋਇਆ, ਉਹ ਨਵਜੋਤ ਸਿੰਘ ਸਿੱਧੂ ਨਹੀਂ ਹੋਇਆ। ਦੂਸਰੀ ਗੱਲ, ਜਿਹੜਾ ਇਹਨਾਂ ਨੇ 129 ਪੇਜਾਂ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਅੱਜ ਇਹਨਾਂ ਨੇ ਉਸ ਨੂੰ ਆਪਣੀ ਵੈਬਸਾਈਟ ਤੋਂ ਹੀ ਹਟਾਤਾ। ਹੁਣ ਉਹ ਵੈਬਸਾਈਟ ਤੇ ਤੁਹਾਨੂੰ ਦਿਖਾਈ ਨਹੀਂ ਦੇਗਾ। ਸੋ ਇਹ ਜਿਹੜਾ ਚੋਣ ਮੈਨੀਫੈਸਟੋ ਸੀ, ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਸਟਾਰ ਕੰਪੇਨਰ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਸੀ। ਜਿੰਨਾ ਕੈਪਟਨ ਜ਼ਿੰਮੇਵਾਰ ਹੈ ਉਹਨੇ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਹੈ। ਚਲ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਸਰੀਨ ਸਾਹਿਬ ਦਾ ਇੱਕ ਰਿਐਕਸ਼ਨ ਲਵਾਂ ਪਹਿਲਾਂ। ਸਰੀਨ ਸਾਹਿਬ ਦੇਖੋ, ਤੁਸੀਂ ਬੀਜੇਪੀ ਇਸ ਸਮੇਂ ਕਹਿ ਰਹੀ ਹੈ ਕਿ ਸਿੱਧੂ ਦੇ ਕੋਲ ਕੋਈ ਫਾਰਮੂਲਾ ਨਹੀਂ, ਪਰ ਕਾਂਗਰਸ ਨੂੰ ਨਜ਼ਰ ਆ ਰਿਹਾ ਕਿ ਸਿੱਧੂ ਦੇ ਕੋਲ ਹੀ ਫਾਰਮੂਲਾ, ਪ੍ਰਧਾਨ ਲਗਾਤਾ ਉਸ ਨੂੰ। ਕਿਉਂ ਤੁਹਾਨੂੰ ਸਿੱਧੂ ਦੇ ਬਿਆਨਾਂ ਦੇ ਉੱਤੇ ਇਤਰਾਜ਼ ਹੈ? ਗੌਰਵ ਜੀ, ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹ ਜੋ ਮਰਜ਼ੀ ਬਿਆਨ ਦੇਣ, ਸਾਨੂੰ ਕਾਹਦਾ ਇਤਰਾਜ਼ ਹੋ ਸਕਦਾ? ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਉਹ ਉਸ ਪਾਰਟੀ ਦੇ ਪ੍ਰਧਾਨ ਨੇ ਜਿਹਦੀ ਸਰਕਾਰ ਹੈ, ਔਰ ਜਿਸ ਦੀ ਸਰਕਾਰ ਹੋਵੇ ਉਹਦਾ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਗੱਲ ਕਰੇ ਜਿਵੇਂ ਉਹ ਆਪੋਜੀਸ਼ਨ ਦਾ ਲੀਡਰ ਹੁੰਦਾ ਹੈ, ਤੇ ਬੜੀ ਹੈਰਾਨੀ ਹੁੰਦੀ ਹੈ। ਔਰ ਮੈਂ ਜੇ ਇਹ ਕਹਾਂ ਕਿ ਇਹ ਇੱਕ ਨਲਾਇਕ ਕੇਂਦਰੀ ਨੇਤृत्व ਦੀ, ਕਮਜ਼ੋਰ ਕੇਂਦਰੀ ਨੇਤृत्व ਔਰ ਮਜਬੂਰ ਨੇਤृत्व ਜਿਹੜਾ ਕੇਂਦਰ ਦਾ ਇਸ ਵੇਲੇ ਕਾਂਗਰਸ ਦਾ ਹੈਗਾ, ਇਹ ਉਹਦਾ ਇੱਕ ਪ੍ਰਗਟਾਵਾ ਸਾਨੂੰ ਪੰਜਾਬ 'ਚ ਦੇਖਣਾ ਪੈ ਰਿਹਾ ਹੈ ਕਿ ਪਾਰਟੀ ਦਾ ਪ੍ਰਧਾਨ ਕੁਛ ਹੈ, ਚੀਫ ਮਿਨਿਸਟਰ ਕੁਛ ਕਹਿ ਰਿਹਾ, ਐਮਐਲਏ ਕੁਛ ਕਹਿ ਰਹੇ ਨੇ, ਔਰ ਉਹਦੇ ਸਾਰੇ ਖੇਰੂ ਹੋਈ ਪਈ ਹੈ ਕਾਂਗਰਸ ਪਾਰਟੀ। ਇਹੋ ਜਿਹਾ ਕਮਜ਼ੋਰ ਨੇਤृत्व ਦੇਸ਼ ਦੀ ਤਬਾਹੀ ਦਾ ਕਾਰਨ ਬਣਦਾ ਹੁੰਦਾ। ਮੈਂ ਹੁਣ ਆਨਾ ਨਵਜੋਤ ਸਿੰਘ ਸਿੱਧੂ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਂ ਪੁੱਛਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਜੀ, ਤੁਸੀਂ ਸਰਕਾਰ 'ਚ 2.5 ਸਾਲ ਮੰਤਰੀ ਸੀਗੇ, 450 ਤੋਂ ਉਸੇ ਪਾਰਟੀ ਦੇ ਐਮਐਲਏ ਜਿਹਦੀ ਸਰਕਾਰ ਹੈ, ਤੇ ਹੁਣ ਤੱਕ ਤੁਹਾਡੇ ਹੱਥ ਬੰਨੇ ਹੋਏ ਸੀ ਕਿਸੇ ਨੇ? ਕਿਉਂ ਨਹੀਂ ਤੁਸੀਂ ਜਿਹੜੀਆਂ ਗੱਲਾਂ 'ਚ ਕਹਿ ਰਹੇ ਹੋ ਕਿ ਮੈਂ 3 ਰੁਪਏ ਯੂਨਿਟ ਬਿਜਲੀ ਦਿਆਂਗਾ, ਕਿਉਂ ਨਹੀਂ ਹੁਣ ਤੱਕ 4.5 ਸਾਲ 'ਚ ਤੁਸੀਂ ਦਵਾਈ? ਤੁਸੀਂ ਤਾਂ ਮੰਤਰੀ ਰਹੇ ਹੋ, ਫਿਰ ਤੁਹਾਨੂੰ ਜੋ ਪਾਵਰ ਮਿਨਿਸਟਰੀ ਦੇ ਰਹੀ ਸੀ ਤੁਸੀਂ ਛੱਡ ਕੇ ਭੱਜ ਗਏ ਸੀਗੇ, ਤੇ ਤੁਸੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ? ਤੁਸੀਂ ਕਹਿੰਦੇ ਮੈਂ ਆਪਣਾ ਖਤਮ ਕਰ ਦਿਆਂਗਾ ਇਲੈਕਟ੍ਰਿਸਿਟੀ ਕੰਟਰੈਕਟਸ। ਕਿੰਨੇ ਰੋਕਿਆ ਸੀ ਤੁਹਾਨੂੰ ਇਲੈਕਟ੍ਰਿਸਿਟੀ ਕੰਟਰੈਕਟ ਰੋਕਣ ਤੋਂ? ਐਸਟੀਐਫ ਦੀ ਰਿਪੋਰਟ ਜਨਤਕ ਕਰਾਂਗੇ, ਕਿੰਨੇ ਰੋਕਿਆ ਤੁਹਾਨੂੰ ਐਸਟੀਐਫ ਦੀ ਰਿਪੋਰਟ ਜਨਤਕ ਕਰਨ ਤੋਂ ਹੁਣ ਤੱਕ? ਤੁਸੀਂ ਕਹਿੰਦੇ ਮੈਂ ਕ੍ਰਿਸ਼ੀ ਕਾਨੂੰਨ ਰੱਦ ਕਰਾਂਗਾ, ਕਿਸਨੇ ਕਿਹਾ ਸੀਗਾ ਤੁਹਾਨੂੰ ਹਜੇ ਤੱਕ ਨਾ ਕਰੋ? ਤੁਸੀਂ ਗੱਲ ਇਹ ਹੈ ਕਿ ਤੁਸੀਂ ਸਿਰਫ ਗੈਲਰੀ ਨੂੰ ਪਲੇ ਕਰਨਾ ਚਾਹੁੰਦੇ ਹੋ, ਮੀਡੀਆ ਦੀ ਗੈਲਰੀ ਨੂੰ ਪਲੇ ਕਰਨਾ ਚਾਹੁੰਦੇ ਹੋ, ਮੀਡੀਆ ਦੇ ਵਿੱਚ ਲਾਈਮਲਾਈਟ 'ਚ ਰਹਿਣਾ ਚਾਹੁੰਦੇ ਹੋ। ਕਦੀ ਇਹ ਵੀ ਦੇਖਿਆ ਕਿ ਆਪਣੀ ਹੀ ਪਾਰਟੀ ਜਿਹਦੀ ਸਰਕਾਰ ਹੋਵੇ ਉਹਦਾ ਪ੍ਰਧਾਨ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰੇ? ਮੈਂ ਤਾਂ ਇਹ ਸਮਝਦਾ ਹੈਗਾ ਕਿ ਇਹ ਨਵਜੋਤ ਸਿੰਘ ਸਿੱਧੂ ਦੀ ਵੀ ਨਲਾਇਕੀ ਹੈ ਕਿ ਉਹਨੂੰ ਇਹੀ ਨਹੀਂ ਪਤਾ ਕਿ ਮੇਰੀ ਪਾਰਟੀ ਦੀ ਸਰਕਾਰ ਹੈ ਔਰ ਮੈਂ ਇੱਥੇ ਮੰਗ ਨਹੀਂ ਕਰਨੀ, ਮੈਂ ਇੰਪਲੀਮੈਂਟ ਕਰਨਾ ਹੈ। ਮੈਂ ਇੰਪਲੀਮੈਂਟ ਕਰਕੇ ਪੰਜਾਬ ਦੀ ਜਨਤਾ ਨੂੰ ਦੇਣਾ ਹੈ। ਜਵਾਬਦੇਹੀ ਬਣਦੀ ਹੈ, ਜਿੱਥੇ ਪਾਰਟੀ ਪ੍ਰਧਾਨ ਦੀ ਬਣਦੀ ਹੈ ਉੱਥੇ ਮੁੱਖ ਮੰਤਰੀ ਦੀ ਬਣਦੀ ਹੈ। ਇਹ ਦੋਨੋਂ ਪਿਲਰਸ ਨੇ ਉਸੇ ਰੂਲਿੰਗ ਪਾਰਟੀ ਦੇ ਜਿਹੜੀ ਸਰਕਾਰ ਚਲਾ ਰਹੀ ਹੋਵੇ। ਠੀਕ ਹੈ। ਔਰ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਤੋਂ ਅਸੀਂ ਹੈਰਾਨ ਹੈਗੇ ਆ। ਜਾਂ ਤੈਨੂੰ ਰਾਜਨੀਤੀ ਦੇ ਨਿਆਣਾ ਬਣ ਗਿਆ ਕਿ ਰਾਜਨੀਤੀ ਮੈਨੂੰ ਸਮਝ ਹੈ ਨਹੀਂਗੀ, ਮੈਂ ਜੋ ਮਰਜ਼ੀ ਬੋਲਾਂਗਾ ਲੋਕੀ ਬੇਵਕੂਫ ਬਣ ਜਾਣਗੇ। ਲੋਕੀ 2017 ਚ ਗੁਟਕਾ ਸਾਹਿਬ ਦੇ ਚੱਕਰ ਦੇ ਵਿੱਚ ਬੇਵਕੂਫ ਬਣ ਗਏ ਕਿਉਂਕਿ ਗੁਟਕਾ ਸਾਹਿਬ ਦੇ ਪਵਿੱਤਰ ਗ੍ਰੰਥ ਦੇ ਵਿੱਚ ਚੱਕ ਲਵੇ। ਮੈਂ ਬਹੁਤ ਤਫਸੀਲ ਦੇ ਨਾਲ ਤੁਸੀਂ ਆਪਣੀ ਗੱਲ ਰੱਖੀ ਹੈ ਤੇ ਸਰੀਨ ਸਾਹਿਬ ਤੁਸੀਂ ਵੀ ਤੇ ਨੀਲ ਗਰਗ ਜੀ ਨੇ
ਸੇਖੜੀ ਸਾਹਿਬ ਰਿਐਕਸ਼ਨ ਚਾਹੀਦਾ ਹੈ। ਦੇਖੋ ਤੁਹਾਡੇ ਪਾਰਟੀ ਦੇ ਪੰਜਾਬ ਪ੍ਰਧਾਨ ਜੋ ਕਹਿ ਰਹੇ ਨੇ ਆਮ ਆਦਮੀ ਪਾਰਟੀ ਨੂੰ ਤਾਂ ਡਰਾਮੇਬਾਜ਼ੀ ਲੱਗਦੀ ਹੈ ਤੇ ਬੀਜੇਪੀ ਕਹਿੰਦੀ ਕਿ ਨਲਾਇਕੀ ਹੈ ਜਿਸ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ ਹੈ। ਆਪਣੀ ਸਰਕਾਰ ਹੈ, ਆਪਣੀ ਪਾਰਟੀ ਦੀ ਸਰਕਾਰ ਹੈ, ਮੁੱਖ ਮੰਤਰੀ ਹੈ, ਸਭ ਕੁਝ ਹੈ, ਪਰ ਫਿਰ ਵੀ ਵਾਅਦੇ, ਫਿਰ ਵੀ ਕਹਿ ਰਹੇ ਕਰਾਂਗੇ। 2022 ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ। ਮੈਂ ਤੇ ਹੈਰਾਨ ਹੈ, ਆਪਣੇ ਸਰੀਨ ਸਾਹਿਬ ਆਪਣੇ ਭਰਾ ਨੇ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਨਲਾਇਕੀ ਆ, ਕੇਂਦਰੀ ਜਿਹੜੀ ਸਾਡੀ ਹਾਈ ਕਮਾਂਡ ਉਹਦੀ ਨਲਾਇਕੀ ਹੈ। ਪ੍ਰਸ਼ਨ ਉਹ ਚੁੱਕ ਰਿਹਾ ਜਿਹੜੀ ਆਪਣੀ ਕੁਆਲੀਫਿਕੇਸ਼ਨ ਕੀ ਹੈ। ਮੈਂ ਪੁੱਛ ਲਵਾਂ, ਕੋਈ ਚੁਣਾਵ ਲੜਿਆ ਤੁਸੀਂ? ਕਦੀ ਚੁਣਾਵ ਲੜ ਕੇ ਦੇਖੋ, ਪਤਾ ਚੱਲੇਗਾ ਤੁਹਾਨੂੰ। ਔਰ ਤੁਸੀਂ ਜਿਹੜੇ ਆਪਣਾ ਆਪ ਵਾਲੇ ਮੇਰੇ ਵੀਰ ਕਹਿ ਰਹੇ ਨੇ ਕਿ ਜੀ ਆਹ ਜਿਹੜੀ ਗੱਲ, ਉਹ ਗੱਲ ਪਤਾ ਕੀ ਹੈ ਕਿ ਨਵਜੋਤ ਸਿੰਘ ਸਿੱਧੂ ਉਹ ਕਹਿ ਰਿਹਾ ਜੋ ਪੰਜਾਬ ਦੀ ਜਨਤਾ ਚਾਹੁੰਦੀ ਹੈ। ਕਰੋਨਾ ਤੋਂ ਬਾਅਦ ਜੋ ਹਾਲਾਤ ਹੋ ਗਏ ਨੇ, ਉਹ ਆਵਾਜ਼ ਕਾਂਗਰਸ ਪਾਰਟੀ ਚੁੱਕ ਰਹੀ ਹੈ, ਆਪਣੀ ਸਰਕਾਰ को चुक रही है और अपनी सरकार को करवाएगी। ये सारे घबरा गए ने कि जे काम हो गए 3 रुपए बत्ती हो गई तो इन्होंने जी 2-4% वोटा पैनिया वो भी नहीं पैनिया। सो इसलिए घबराने की कोई लोड़ नहीं मेरे वीरो। आपा मुद्दे यह जो नवजोत सिंह सिद्धू बोल रहा है, ये असी सारे जो MLA बैठे थे 15-16 MLA उन्होंने गल सुन के फिर बोल रहे, वो अपनी आवाज़ नहीं है, लोगों की आवाज़ है। MLA ਜਿਹੜੇ ਆ ਲੋਕਾਂ ਨੂੰ ਪੁੱਛ ਕੇ ਫਿਰ ਬੋਲਦੇ ਨੇ। ਡੈਮੋਕ੍ਰੇਸੀ 'ਚ ਬੋਲਣਾ ਤਾਂ ਹੈ ਹੀ ਹੈ, ਇਹਦੇ 'ਚ ਕੀ ਗਲਤ ਗੱਲ ਹੈ? ਸੇਖੜੀ ਸਾਹਿਬ ਅਗਰ ਲੋਕਾਂ ਦੀ ਗੱਲ ਕਰੀਏ ਤਾਂ ਤੜਫਦੇ ਕਿਉਂ ਨੇ? ਕੁਝ ਕਹਿਣਾ ਚਾਹ ਰਹੇ ਨੇ। ਠੀਕ ਹੈ, ਗਰਗ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਗਰਗ ਸਾਹਿਬ ਮੈਂ ਇਹ ਕਹਿਣਾ ਚਾਹਨਾ, ਇਹਨਾਂ ਨੂੰ ਅਸੀਂ ਚੈਲੰਜ ਵੀ ਦਿੰਨੇ ਆ। ਸੈਸ਼ਨ ਵਿਧਾਨ ਸਭਾ ਦਾ ਆ ਰਿਹਾ, ਜੇਕਰ ਇਹ ਡਰਾਮੇਬਾਜ਼ੀ ਨਹੀਂ ਕਰਦੇ ਤੇ ਅਸੀਂ ਹਾਲਾਂਕਿ ਬਹੁਤ ਵਾਰੀ ਇਹਨਾਂ ਦੇ ਪ੍ਰਾਈਵੇਟ ਮਤੇ ਲੈ ਕੇ ਆਏ ਆ, ਪਰ ਜੇ ਇਹ ਮਤਾ ਲੈ ਕੇ ਆਉਣ, ਇਹ ਮਤਾ ਲੈ ਕੇ ਆਉਣ STF ਦਾ, ਇਹ ਮਤਾ ਲੈ ਕੇ ਆਉਣ ਬਿਜਲੀ ਦੇ ਸਮਝੌਤੇ ਰੱਦ ਕਰਨ ਦਾ, ਅਸੀਂ ਇਹਨਾਂ ਦੀ ਹਮਾਇਤ ਕਰਾਂਗੇ। ਬਿਲਕੁਲ ਨੰਗੇ ਪੈਰੀ ਜਾ ਕੇ ਇਹਨਾਂ ਦੀ ਹਮਾਇਤ ਕਰਾਂਗੇ, ਪਰ ਇਹ ਕੁਛ ਇਦਾਂ ਦਾ ਕਰਨਾ ਨਹੀਂ ਹੈ। ਦੂਸਰੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਗੱਲ ਕਹਿ ਰਹੀ ਸਰਕਾਰ, ਮੈਂ ਕਿਹਾ ਯਾਦ ਰੱਖਣਾ ਅੱਜ ਦੀ ਡਿਬੇਟ ਨੂੰ, ਯਾਦ ਰੱਖਣਾ 3 ਰੁਪਏ ਅੱਜ ਦੀ ਡਿਬੇਟ ਨੂੰ ਯਾਦ ਰੱਖਣਾ। ਹਾਂ ਬਿਲਕੁਲ ਸਰ, ਬਿਲਕੁਲ। ਮੈਂ ਕਿਹਾ ਜੀ ਬਿਲਕੁਲ ਤੁਸੀਂ PPA ਰੱਦ ਕਰਨ ਦੀ ਗੱਲ ਕਰੋ, ਮਤਾ ਲੈ ਕੇ ਆਓ, ਅਸੀਂ ਹਮਾਇਤ ਕਰਾਂਗੇ। ਤੁਹਾਡੇ ਚੈਨਲ ਤੇ ਕਹਿ ਰਹੇ ਹਾਂ, ਠੀਕ ਹੈ ਜੀ। ਔਰ ਦੂਸਰੀ ਗੱਲ, ਬਿਲਕੁਲ ਠੀਕ ਹੈ, ਦੂਸਰੀ ਗੱਲ ਸਰ, ਦੂਸਰੀ ਗੱਲ ਇਹ ਕਹਿ ਰਹੇ ਨੇ ਇੱਕ ਮਿੰਟ ਸਰ, ਸੇਖੜੀ ਸਾਹਿਬ ਪਲੀਜ਼ ਸਾਨੂੰ ਵੀ ਗੱਲ ਕਰ ਲੈਂਦੇ ਹੋ। ਸੇਖੜੀ ਸਾਹਿਬ ਦੂਸਰੀ ਗੱਲ ਜਿਹੜੀ ਹੈਗੀ ਹੈ, ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਦੇ ਸਭ ਤੋਂ ਪਾਵਰਫੁਲ ਲੀਡਰਾਂ ਚੋਂ ਇੱਕ ਲੀਡਰ ਨੇ। ਉਹ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਕੋਲੇ 62 MLA ਦਾ ਜਿਸ ਤਰੀਕੇ ਨਾਲ ਸ਼ੋਅ ਕਰਦੇ ਨੇ, ਉਹਨਾਂ ਕੋਲੇ ਸਮਰਥਨ ਹੈਗਾ ਤੁਹਾਡੇ 80 MLA ਤੋਂ। ਜੇਕਰ ਤੁਹਾਡਾ ਮੁੱਖ ਮੰਤਰੀ ਬਿਲਕੁਲ ਫੇਲ ਹੈ, ਜਿਸ ਤਰੀਕੇ ਨਾਲ ਮੁੱਖ ਮੰਤਰੀ ਵੀ ਜਾ ਕੇ ਦਿੱਲੀ ਦੇ ਜਾ ਕੇ ਕੰਪਲੇਂਟ ਕਰਦਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਪੈਰਲਲ ਸਰਕਾਰ ਚਲਾ ਰਿਹਾ ਹੈਗਾ, ਔਰ ਅੱਜ ਫਿਰ ਦੇਰ ਕਿਸ ਚੀਜ਼ ਦੀ ਹੈਗੀ ਹੈ? ਜੇਕਰ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਉਹਨਾਂ ਦਾ ਇੱਕ ਸਲਾਹਕਾਰ ਇਹ ਕਹਿ ਰਿਹਾ ਹੈਗਾ, ਮਾਲਵਿੰਦਰ ਮਾਲੀ, ਉਹਨੇ ਆਪਣੀ ਫੇਸਬੁੱਕ ਪੇਜ ਦੇ ਉੱਤੇ ਕਹਿ ਰਿਹਾ ਹੈਗਾ ਕਿ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਲਾਹਕਾਰ ਦੀ ਸਲਾਹ ਮੰਨਣੀ ਚਾਹੀਦੀ ਹੈ, ਔਰ ਜਦੋਂ ਉਹਨਾਂ ਕੋਲ ਐਡਾ ਵੱਡਾ ਮੈਂਡੇਟ ਹੈ ਕਿਉਂ ਬਰਖਾਸਤ ਨਹੀਂ ਕਰਦੇ? ਕਿਉਂ ਮੁੱਖ ਮੰਤਰੀ ਤੁਸੀਂ ਨਹੀਂ ਬਦਲਦੇ, ਜਦੋਂ ਕਿ ਤੁਹਾਡੇ ਕੋਲੇ ਹਾਈ ਕਮਾਂਡ ਦੀ ਵੀ ਜਾਨੀ ਕਿ ਪੂਰੀ ਹਮਾਇਤ ਉਹਨਾਂ ਕੋਲੇ ਹਾਸਲ ਹੈ? ਠੀਕ ਹੈ, ਚਲੋ ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈਣਾ ਪਏਗਾ। ਸੇਖੜੀ ਸਾਹਿਬ ਜਵਾਬ ਲਵਾਂਗੇ ਇਸ ਦੇ ਉੱਤੇ। ਬ੍ਰੇਕ ਤੋਂ ਬਾਅਦ ਸਰੀਨ ਸਾਹਿਬ ਮੈਂ ਤੁਹਾਡੇ ਕੋਲ ਵੀ ਆਉਂਗਾ, ਬਲਟੋਆ ਸਾਹਿਬ ਤੁਹਾਡੇ ਕੋਲ ਵੀ। ਛੋਟੇ ਜਿਹੇ ਬ੍ਰੇਕ ਲਈ ਰੁਕ ਲਿਆ, ਮੈਂ ਵਾਪਸ ਆਉਂਗਾ ਸਰ। ਮੈਨੂੰ ਬ੍ਰੇਕ ਇੱਥੇ ਲੈਣਾ ਹੀ ਹੋਏਗਾ। ਬ੍ਰੇਕ ਤੋਂ ਬਾਅਦ ਅਸੀਂ ਇਸ ਵਿਵਾਦ ਨੂੰ ਲੈ ਕੇ, ਕਿਉਂਕਿ ਹੁਣ ਤੱਕ ਸਿੱਧੂ ਦੇ ਬਿਆਨਾਂ ਉੱਤੇ ਅਸੀਂ ਗੱਲ ਕੀਤੀ ਹੈ, ਪਰ ਕਨਫਲਿਕਟ ਜਿਹੜਾ ਨਜ਼ਰ ਆਉਂਦਾ ਹੈ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ, ਉਸ ਦੇ ਉੱਤੇ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ।